हिस्टरी स्टडी पॉइंट ते सारे ही नौजवानों का असी वेलकम करते हाँ। वो नौजवान जो 10th +2 ਅਤੇ BA पास हो गए ने, उन्हां दे रिजल्ट आ चुके ने ਅਤੇ उन्हां दे लई भर्ती रैली इंडियन आर्मी वालों की जा रही है। हुणे हुणे ये नोटिफिकेशन आउट होया है, असी तुहाडे नाल शेयर करन जा रहे हैं। कंप्लीट इन्फॉर्मेशन तुहानूं इस लैक्चर के थ्रू दिती जाएगी। ये भर्ती रैली आर्मी रिक्रूटमेंट बोर्ड पटियाला वालों की जा रही है। ये रैली ADSR ग्राउंड पटियाला विखे होएगी, जो कि पटियाला संगरूर रोड के उपर स्थित है। इस भर्ती की डेट है जिहड़ी वो 1 अगस्त तो लैके 13 अगस्त 2020 रखी गई है। परंतु ऑनलाइन रजिस्ट्रेशन बहुत जरूरी है सारे ही नौजवानों के लिए, जो कि 2 जून 2020 तो शुरू हो जाएगी और इसकी लास्ट डेट 16 जुलाई 2020 रखी गई है। हुण ये जानना बहुत जरूरी है कि इस भर्ती दे विच किहड़े-किहड़े जिलिਆਂ ਦੇ ਜਿਹੜੇ जवान ने वो भर्ती हो सकणगे, पार्टिसिपेट कर सकणगे। नोट करन वाली गल है इस दे विच फतेहगढ़ साहिब, बरनाला, मानसा, संगरूर ਅਤੇ पटियाला इन्हां ਜ਼ਿਲ੍ਹਿਆਂ ਦੇ नौजवान पार्टिसिपेट कर सकणगे ਅਤੇ इस भर्ती के लिए योग होणगे। इस भर्ती के लिए 2 जून तो ये ਜ਼ਿਲ੍ਹਿਆਂ ਦੇ नौजवान ਜਿਹੜੇ अपनी रजिस्ट्रेशन करवा सकते हैं, क्योंकि विदाउट रजिस्ट्रेशन वो अपने आप नूं इस रैली के दौरान पार्टिसिपेट नहीं कर सकणगे। रजिस्ट्रेशन मस्ट है उस क्योंकि रजिस्ट्रेशन तो बाद ही उन्होंने एडमिट कार्ड जिहड़े ने ਉਹ ਦਿੱਤੇ ਜਾਣਗੇ। ਉਸ ਦੇ ਉੱਪਰ ਡੇਟ ਅਤੇ ਟਾਈਮ ਮੈਂਸ਼ਨ ਕੀਤਾ ਜਾਵੇਗਾ ਕਿ ਕਿਸ ਦਿਨ ਵਿਦਿਆਰਥੀ ਨੇ ਇਸ ਰੈਲੀ ਦੇ ਵਿੱਚ ਆਪਣੇ ਆਪ ਨੂੰ ਹਾਜ਼ਰ ਕਰਨਾ ਹੈ। ਹੁਣ ਆਪਾਂ ਇਸ ਦੀਆਂ ਕੁਝ ਕੈਟਾਗਰੀਆਂ ਕਰਾਂਗੇ ਵੀ ਕਿਹੜੇ-ਕਿਹੜੇ ਕੈਟਾਗਰੀ ਦੀ ਭਰਤੀ ਇਸ ਰੈਲੀ ਦੇ ਦੌਰਾਨ ਕੀਤੀ ਜਾ ਰਹੀ ਹੈ, ਉਹਨਾਂ ਦੇ ਕਿਹੜੇ-ਕਿਹੜੇ ਮਾਪਦੰਡ ਹੋਣਗੇ। ਸਭ ਤੋਂ ਪਹਿਲਾਂ ਸੋਲਜਰ ਕੈਟਾਗਰੀ ਦੀ ਗੱਲ ਕਰਾਂਗੇ। ਸੋਲਜਰ ਜਨਰਲ ਡਿਊਟੀ, जिस नूं GD भी कहते हैं, इस दे लई उम्र हद होएगी 17.5 तो 21 साल। ਅਤੇ ਜਿਹੜੇ ਬੱਚੇ ਦੀ ਉਮਰ ਹੋਣੀ ਚਾਹੀਦੀ ਹੈ ਉਹ 1 ਅਕਤੂਬਰ 1999 ਤੋਂ 1 ਅਪ੍ਰੈਲ 2003 ਹੋਣੀ ਚਾਹੀਦੀ ਹੈ। ਇਸ ਟਾਈਮ ਦੇ ਵਿਚਕਾਰ ਹੀ ਬੱਚਾ ਪੈਦਾ ਹੋਇਆ ਹੋਣਾ ਜ਼ਰੂਰੀ ਹੈ। ਉਸ ਦੀ ਹਾਈਟ ਘੱਟੋ ਘੱਟ 170 ਸੈਂਟੀਮੀਟਰ ਹੋਣੀ ਚਾਹੀਦੀ ਹੈ ਅਤੇ weight ਘੱਟੋ ਘੱਟ 50 kg ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਚੈਸਟ ਜਿਹੜੀ ਹੈਗੀ ਆ ਉਹ 77 ਸੈਂਟੀਮੀਟਰ ਹੋਣੀ ਚਾਹੀਦੀ ਹੈ। ਬੱਚਾ 10ਵੀਂ ਪਾਸ ਹੋਣਾ ਚਾਹੀਦਾ ਹੈ, 45% ਨਾਲ ਹੋਣਾ ਚਾਹੀਦਾ ਹੈ ਅਤੇ ਹਰੇਕ ਸਬਜੈਕਟ ਦੇ ਵਿੱਚੋਂ 33% ਨੰਬਰ ਉਸਨੇ ਹਾਸਲ ਕੀਤੇ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਅਸੀਂ ਸੋਲਜਰ ਟੈਕਨੀਕਲ ਦੀ ਗੱਲ ਕਰਾਂਗੇ, ਜਿਸ ਦੇ ਲਈ ਉਮਰ 17.5 ਤੋਂ 23 ਸਾਲ ਰੱਖੀ ਗਈ ਹੈ। ਬੱਚਾ 1 ਅਕਤੂਬਰ 1997 ਤੋਂ 1 ਅਪ੍ਰੈਲ 2003 ਦੇ ਸਮੇਂ ਦੇ ਵਿਚਕਾਰ ਪੈਦਾ ਹੋਇਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਾਈਟ ਉਸ ਦੀ 177 ਹੀ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਕਿ GD ਦੇ ਲਈ ਹੈ। ਇਸ ਤੋਂ ਇਲਾਵਾ 50 kg ਉਸ ਦਾ ਵਜ਼ਨ ਹੋਣਾ ਚਾਹੀਦਾ ਹੈ। 77 ਸੈਂਟੀਮੀਟਰ ਉਸ ਦੀ ਚੈਸਟ ਹੋਣੀ ਚਾਹੀਦੀ ਹੈ। ਇਸ ਦੇ ਲਈ ਜਿਹੜੀ ਹੈਗੀ ਐਜੂਕੇਸ਼ਨ ਉਹ +2 ਪਾਸ ਹੋਣਾ ਚਾਹੀਦਾ ਹੈ ਬੱਚਾ। ਸਾਇੰਸ ਦੇ ਵਿੱਚ ਉਸ ਕੋਲ ਫਿਜ਼ਿਕਸ, ਕੈਮਿਸਟਰੀ, ਮੈਥ ਅਤੇ ਇੰਗਲਿਸ਼ ਇਹ ਸਬਜੈਕਟ ਹੋਣੇ ਚਾਹੀਦੇ ਨੇ। ਘੱਟੋ ਘੱਟ 50% ਮਾਰਕਸ ਹੋਣੇ ਚਾਹੀਦੇ ਨੇ ਅਤੇ ਹਰ ਸਬਜੈਕਟ ਦੇ ਵਿੱਚੋਂ 40% ਪ੍ਰਾਪਤ ਕੀਤੇ ਹੋਣੇ ਚਾਹੀਦੇ ਨੇ। ਅਗਰ ਅਸੀਂ ਗੱਲ ਕਰੀਏ ਸੋਲਜਰ ਟੈਕਨੀਕਲ ਦੀ, ਸੋਲਜਰ ਟੈਕਨੀਕਲ ਦੇ ਲਈ ਵੀ ਉਹਨਾਂ ਨੇ 17.5 ਸਾਲ ਉਮਰ ਰੱਖੀ ਹੈ ਅਤੇ ਉਸੇ ਤਰ੍ਹਾਂ ਹੀ ਉਹਨਾਂ ਦਾ ਜਿਹੜਾ ਜਨਮ ਹੈ 1 ਅਕਤੂਬਰ 1997 ਤੋਂ 1 ਅਪ੍ਰੈਲ 2003 ਦੇ ਵਿਚਕਾਰ ਹੀ ਹੋਇਆ ਹੋਣਾ ਚਾਹੀਦਾ ਹੈ। 170 ਸੈਂਟੀਮੀਟਰ ਉਸ ਦਾ ਕੱਦ ਹੋਣਾ ਚਾਹੀਦਾ ਹੈ। 50 kg ਉਸ ਦਾ ਵਜ਼ਨ ਹੋਣਾ ਚਾਹੀਦਾ ਹੈ ਅਤੇ 77 ਸੈਂਟੀਮੀਟਰ ਵਿਦਆਊਟ ਐਕਸਪੈਂਸ਼ਨ ਉਸ ਦੀ ਚੈਸਟ ਹੋਣੀ ਚਾਹੀਦੀ ਹੈ। ਇਸ ਦੇ ਲਈ ਵੀ +2 ਪਾਸ ਬੱਚਾ ਹੋਣਾ ਚਾਹੀਦਾ ਹੈ ਅਤੇ ਫਿਜ਼ਿਕਸ, ਕੈਮਿਸਟਰੀ, ਸਾਇੰਸ ਦੇ ਵਿੱਚ ਹੋਣਾ ਚਾਹੀਦਾ ਹੈ ਬੱਚਾ +2। ਬਾਇਓਲੋਜੀ ਐਂਡ ਇੰਗਲਿਸ਼ ਇਸ ਦੇ ਜਿਹੜੇ ਬੱਚੇ ਨੇ ਪਾਸ ਕੀਤੇ ਹੋਣੇ ਚਾਹੀਦੇ ਨੇ। 50% ਮਾਰਕਸ ਹੋਣੇ ਚਾਹੀਦੇ ਨੇ। ਹਰੇਕ ਸਬਜੈਕਟ ਦੇ ਵਿੱਚੋਂ 40% ਜ਼ਰੂਰੀ ਹਨ। ਇਸ ਤੋਂ ਇਲਾਵਾ ਬੱਚਾ ਸਾਇੰਸ ਦੇ ਨਾਲ ਫਿਜ਼ਿਕਸ, ਕੈਮਿਸਟਰੀ, ਬੋਟਨੀ, ਜੀਓਲੋਜੀ ਅਤੇ ਇੰਗਲਿਸ਼
ਪਾਸ ਹੋਣਾ ਚਾਹੀਦਾ ਹੈ 50% ਮਾਰਕਸ ਦੇ ਨਾਲ, ਅਤੇ 40% ਜਿਹੜੇ ਨੇ ਉਹ ਹਰੇਕ ਸਬਜੈਕਟ ਦੇ ਲਈ ਪ੍ਰਾਪਤ ਕਰਨੇ ਜ਼ਰੂਰੀ ਹਨ। ਇਸ ਤੋਂ ਇਲਾਵਾ ਸੋਲਜਰ ਕਲਰਕ ਦੀ ਭਰਤੀ ਵੀ ਹੋਵੇਗੀ ਇਸ ਦੇ ਦੌਰਾਨ, ਜਿਸ ਦੇ ਲਈ ਉਮਰ 17.5 ਤੋਂ 23 ਸਾਲ ਰੱਖੀ ਗਈ ਹੈ। 1 ਅਕਤੂਬਰ 1997 ਤੋਂ 1 ਅਪ੍ਰੈਲ 2003 ਦੇ ਦੌਰਾਨ ਉਸ ਦਾ ਬਰਥ ਹੋਇਆ ਹੋਣਾ ਜ਼ਰੂਰੀ ਹੈ। ਇਸ ਦੇ ਲਈ ਜਿਹੜਾ ਹਾਈਟ ਹੈ ਉਹ ਘੱਟ ਕੀਤੀ ਗਈ ਹੈ 162 ਸੈਂਟੀਮੀਟਰ ਹੋਣੀ ਚਾਹੀਦੀ ਹੈ। ਵਜ਼ਨ 50 kg ਹੋਣਾ ਚਾਹੀਦਾ ਹੈ ਅਤੇ ਚੈਸਟ ਪਹਿਲੇ ਦੀ ਤਰ੍ਹਾਂ ਹੀ 77 ਸੈਂਟੀਮੀਟਰ ਹੋਣੀ ਚਾਹੀਦੀ ਹੈ। ਬੱਚਾ +2 ਪਾਸ ਹੋਣਾ ਚਾਹੀਦਾ ਹੈ, ਭਾਵੇਂ ਉਹ ਆਰਟਸ ਦੇ ਵਿੱਚ ਹੋਵੇ, ਕਮਰਸ ਦੇ ਵਿੱਚ ਹੋਵੇ, ਸਾਇੰਸ ਦੇ ਵਿੱਚ ਹੋਵੇ, ਪਰੰਤੂ 60% ਮਾਰਕਸ ਹੋਣੇ ਮਸਟ ਹਨ। ਇਸ ਤੋਂ ਇਲਾਵਾ ਘੱਟੋ ਘੱਟ 50% ਹਰੇਕ ਸਬਜੈਕਟ ਦੇ ਵਿੱਚੋਂ ਉਸਨੇ ਪ੍ਰਾਪਤ ਕੀਤੇ ਹੋਏ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਸ ਬੱਚੇ ਨੇ ਮੈਥ, ਅਕਾਊਂਟ ਜਾਂ ਬੁੱਕ ਕੀਪਿੰਗ ਜਿਹੜੀ ਹੈਗੀ ਆ +2 ਦੇ ਵਿੱਚ ਪੜ੍ਹੀ ਹੋਈ ਹੋਣੀ ਜ਼ਰੂਰੀ ਹੈ। ਸਿੰਪਲ +2 ਨਹੀਂ ਚੱਲੇਗੀ। ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਚੀਜ਼ ਹੈ ਇਹ ਆਊਟ ਆਫ ਪੰਜਾਬ ਦੇ ਲਈ ਹੈ। ਅਸੀਂ ਫਿਜ਼ੀਕਲ ਸਟੈਂਡਰਡ ਦੀ ਗੱਲ ਕਰਾਂਗੇ ਵੀ ਫਿਜ਼ੀਕਲ ਫਿਟਨੈਸ ਟੈਸਟ ਹੈ ਜਿਹੜਾ ਉਹ ਰੈਲੀ ਦੇ ਦੌਰਾਨ ਹੀ ਕੀਤਾ ਜਾਂਦਾ ਹੈ। ਉਸ ਦੇ ਵਿੱਚ ਮਾਰਕਸ ਦੀ ਵੰਡ ਇਹਨਾਂ ਨੇ ਕਿਸ ਤਰ੍ਹਾਂ ਕਰਨੀ ਹੈ। ਸਭ ਤੋਂ ਪਹਿਲਾਂ ਬੱਚੇ ਨੇ 1.6 ਕਿਲੋਮੀਟਰ ਰਨਿੰਗ ਕਰਨੀ ਹੈ। ਲਗਭਗ 1600 ਮੀਟਰ ਜਿਹੜੀ ਹੈਗੀ ਆ ਉਹਨਾਂ ਨੇ ਰਨਿੰਗ ਕਰਨੀ ਹੈ। 2 ਗਰੁੱਪ ਲਏ ਜਾਣਗੇ। ਪਹਿਲਾ ਗਰੁੱਪ 5 ਮਿੰਟ 30 ਸੈਕਿੰਡ 'ਤੇ ਲਿਆ ਜਾਵੇਗਾ, ਜਿਸ ਦੇ ਮਾਰਕਸ 60 ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੈਕਿੰਡ ਗਰੁੱਪ ਲਿਆ ਜਾਵੇਗਾ ਜੋ ਕਿ 5 ਮਿੰਟ 31 ਸੈਕਿੰਡ ਤੋਂ ਲੈ ਕੇ 5 ਮਿੰਟ 45 ਸੈਕਿੰਡ ਤੱਕ ਲਿਆ ਜਾਵੇਗਾ, ਉਸ ਦੇ ਮਾਰਕਸ 48 ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੀਮ ਲਗਾਉਣੇ ਜ਼ਰੂਰੀ ਹਨ। ਅਗਰ ਬੱਚਾ 10 ਬੀਮ ਲਗਾਏਗਾ ਉਸ ਦੇ ਲਈ 40 ਮਾਰਕਸ ਰੱਖੇ ਗਏ ਹਨ। ਅਗਰ 9 ਬੀਮ ਲਗਾਏਗਾ ਤਾਂ 33 ਮਾਰਕਸ। ਇਸੇ ਤਰ੍ਹਾਂ ਘੱਟਦੇ 6 ਬੀਮ ਲਗਾਏਗਾ ਤਾਂ 16 ਮਾਰਕਸ ਦਿੱਤੇ ਜਾਣਗੇ। ਇਸ ਤੋਂ ਇਲਾਵਾ 9 ਫੁੱਟ ਦਾ ਡਿਚ ਜੋ ਹੈ ਖਾਈ ਟੱਪਣੀ ਬੱਚੇ ਦੇ ਲਈ ਜ਼ਰੂਰੀ ਹੈ, ਪਰੰਤੂ ਇਹ ਜਸਟ ਕੁਆਲੀਫਾਈ ਹੈ। ਕੁਆਲੀਫਾਈ ਹੋਣ ਦੇ ਲਈ ਬੱਚੇ ਨੂੰ ਟੱਪਣੀ ਹੈ, ਇਸ ਦੇ ਲਈ ਕੋਈ ਮਾਰਕਸ ਨਹੀਂ ਹਨ। ਜਿਗਜ਼ੈਗ ਹੋਏਗਾ ਉਹ ਵੀ ਜਿਹੜਾ ਹੈਗਾ ਕੁਆਲੀਫਾਈ ਕਰਨਾ ਹੈ। ਇਸ ਤੋਂ ਬਾਅਦ ਮੈਡੀਕਲ ਟੈਸਟ ਹੋਵੇਗਾ। ਜਿਹੜੇ ਬੱਚੇ ਰੈਲੀ ਦੇ ਦੌਰਾਨ ਹੀ ਮੈਡੀਕਲੀ ਫਿੱਟ ਪਾਏ ਜਾਣਗੇ ਉਹਨਾਂ ਨੂੰ ਟੈਸਟ ਦੀ ਡੇਟ ਐਂਡ ਵੈਨਿਊ ਦੱਸ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਬੱਚੇ ਅਨਫਿਟ ਪਾਏ ਜਾਣਗੇ ਉਹਨਾਂ ਦੀ MH ਵੀ ਪਾਈ ਜਾਵੇਗੀ ਅਤੇ ਉਹਨਾਂ ਨੂੰ ਨੀਅਰ ਜਿਹੜੇ ਮਿਲਟਰੀ ਹਸਪੀਟਲ ਹੋਣਗੇ ਉੱਥੇ ਆਪਣਾ ਚੈੱਕਅਪ ਕਰਵਾਉਣ ਦੇ ਲਈ ਭੇਜਿਆ ਜਾਵੇਗਾ। ਉਸ ਤੋਂ ਬਾਅਦ ਇੱਕ ਜਿਹੜਾ ਹੈਗਾ ਕਾਮਨ ਐਂਟਰੈਂਸ ਟੈਸਟ ਜਿਹੜਾ ਹੈਗਾ ਐਗਜ਼ਾਮੀਨੇਸ਼ਨ ਲਿਆ ਜਾਵੇਗਾ। ਇਸ ਦੇ ਬਾਰੇ ਵਿੱਚ ਜਿਹੜੇ ਬੱਚੇ ਉਸੇ ਭਰਤੀ ਦੌਰਾਨ ਫਿੱਟ ਪਾਏ ਜਾਣਗੇ ਉਹਨਾਂ ਨੂੰ ਜਿਹੜਾ ਸਥਾਨ ਦੱਸਿਆ ਜਾਵੇਗਾ ਉਸ ਸਥਾਨ 'ਤੇ ਜਾ ਕੇ ਆਪਣੇ ਟਾਈਮ ਅਤੇ ਡੇਟ ਦੇ ਹਿਸਾਬ ਨਾਲ ਆਪਣੇ ਟੈਸਟ ਦੇ ਲਈ ਅਪੀਅਰ ਹੋਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਜਿਹੜੇ NCC ਦੇ ਬੱਚੇ ਨੇ ਜਿਨ੍ਹਾਂ ਕੋਲੇ C ਸਰਟੀਫਿਕੇਟ ਹੋਲਡਰ ਨੇ ਉਹਨਾਂ ਨੂੰ ਓਰੀਜਨਲ ਸਰਟੀਫਿਕੇਟ ਪ੍ਰੋਡਿਊਸ ਕਰਨਾ ਪਵੇਗਾ ਤਾਂ ਜੋ ਉਹਨਾਂ ਨੂੰ ਰਿਲੈਕਸੇਸ਼ਨ ਮਿਲ ਸਕੇ। ਇਸ ਤੋਂ ਇਲਾਵਾ ਜਿਹੜੇ ਐਜੂਕੇਸ਼ਨਲ ਸਰਟੀਫਿਕੇਟ ਨੇ ਕਿਹੜੇ ਐਜੂਕੇਸ਼ਨਲ ਸਰਟੀਫਿਕੇਟ ਬੱਚਿਆਂ ਦੇ ਲਈ ਜ਼ਰੂਰੀ ਹਨ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ। ਜਿਸ ਤਰ੍ਹਾਂ ਕਿ ਐਡਮਿਟ ਕਾਰਡ ਹੋਣਾ ਚਾਹੀਦਾ ਹੈ ਬਿਲਕੁਲ ਲੇਜ਼ਰ ਪ੍ਰਿੰਟਰ 'ਤੇ ਪ੍ਰਿੰਟ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਜਿਹੜੀ ਛਪਾਈ ਹੈ ਗੁੱਡ ਕੁਆਲਿਟੀ ਦੀ ਹੋਣੀ ਚਾਹੀਦੀ ਹੈ। ਫੋਟੋਗ੍ਰਾਫਸ ਉਹਨਾਂ ਕੋਲ 20 ਕਾਪੀਜ਼ ਹੋਣੀਆਂ ਚਾਹੀਦੀਆਂ ਨੇ। ਐਜੂਕੇਸ਼ਨਲ ਸਰਟੀਫਿਕੇਟਸ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਮੈਟ੍ਰਿਕ ਦਾ 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਓਰੀਜਨਲ ਫਾਰਮ ਦੇ ਵਿੱਚ। +2 ਲੈਵਲ ਦਾ ਹੋਣਾ ਚਾਹੀਦਾ ਹੈ। ਗ੍ਰੈਜੂਏਸ਼ਨ ਲੈਵਲ ਦਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਕੋਲ ਜਿਹੜਾ ਹੈਗਾ ਡੋਮਿਸਾਈਲ ਸਰਟੀਫਿਕੇਟ ਹੋਣਾ ਮਸਟ ਹੈ ਜਿਹੜਾ ਕਿ ਤਹਿਸੀਲਦਾਰ ਅਤੇ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਇਸ਼ੂ ਹੋਣਾ ਚਾਹੀਦਾ ਹੈ। ਇਸ ਦੇ ਉੱਪਰ ਫੋਟੋਗ੍ਰਾਫ ਵੀ ਹੋਣੀ ਜ਼ਰੂਰੀ ਹੈ। ਇਸੇ ਤਰ੍ਹਾਂ ਕਾਸਟ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਿਸ ਦੇ ਉੱਪਰ ਵੀ ਫੋਟੋਗ੍ਰਾਫ ਹੋਣੀ ਚਾਹੀਦੀ ਹੈ ਅਤੇ ਇਹ ਵੀ ਤਹਿਸੀਲਦਾਰ ਜਾਂ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਹੀ ਇਸ਼ੂ ਕੀਤਾ ਜਾਣਾ ਚਾਹੀਦਾ। ਇੱਕ ਨਵੀਂ ਚੀਜ਼ ਜਿਹੜੀ ਇਸ ਵਾਰੀ ਇੰਟਰੋਡਿਊਸ ਕੀਤੀ ਗਈ ਹੈ ਉਹ ਰਿਲੀਜਨ ਸਰਟੀਫਿਕੇਟ ਹੈ ਜਿਹੜਾ ਕਿ ਤਹਿਸੀਲਦਾਰ ਜਾਂ SDM ਦੁਆਰਾ ਹੀ ਇਸ਼ੂ ਕੀਤਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਸਕੂਲ ਕਰੈਕਟਰ ਸਰਟੀਫਿਕੇਟ ਹੋਣਾ ਬੱਚੇ ਕੋਲ ਬਹੁਤ ਜ਼ਰੂਰੀ ਹੈ। ਕਿਹੜੇ ਬੱਚੇ ਸਕੂਲ ਤੋਂ ਪੜ੍ਹ ਕੇ ਜਾ ਰਹੇ ਨੇ, ਕਿਹੜੇ ਕਾਲਜ ਤੋਂ ਜਾ ਰਹੇ ਨੇ, ਉਹਨਾਂ ਦੇ ਪ੍ਰਿੰਸੀਪਲ ਅਤੇ ਹੈਡਮਾਸਟਰ ਦੁਆਰਾ ਕਰੈਕਟਰ ਸਰਟੀਫਿਕੇਟ ਇਸ਼ੂ ਹੋਣਾ ਮਸਟ ਹੈ। ਇਸ ਤੋਂ ਇਲਾਵਾ ਅਨਮੈਰਿਡ ਦਾ ਸਰਟੀਫਿਕੇਟ ਬੱਚੇ ਕੋਲ ਹੋਣਾ ਜ਼ਰੂਰੀ ਹੈ। ਇਹ 6 ਮਹੀਨਿਆਂ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਰਿਲੇਸ਼ਨਸ਼ਿਪ ਜਿਹੜੇ ਬੱਚੇ
ਦਾ ਕੋਈ ਨਾ ਕੋਈ ਰਿਲੇਸ਼ਨ ਹੈ, ਉਹਨਾਂ ਦਾ ਫੌਜ ਦੇ ਵਿੱਚ ਭਰਤੀ ਹੈ, ਬਲੱਡ ਰਿਲੇਸ਼ਨ ਰੱਖਦੇ ਨੇ, ਉਹ ਆਪਣਾ ਸਰਟੀਫਿਕੇਟ ਨਾਲ ਲੈ ਕੇ ਜਾਣਗੇ। NCC ਵਾਲੇ ਬੱਚੇ ABC ਸਰਟੀਫਿਕੇਟ ਜਾਂ ਰਿਪਬਲਿਕ ਡੇ ਪਰੇਡ ਜਾਂ ਇਸੇ ਤਰ੍ਹਾਂ ਦਾ ਹੋਰ ਕੋਈ ਰੈਲੇਵੈਂਟ NCC ਦਾ ਸਰਟੀਫਿਕੇਟ ਹੈ ਜਿਹੜਾ ਕਿ NCC ਗਰੁੱਪ ਕਮਾਂਡਰ ਦੁਆਰਾ ਇਸ਼ੂ ਕੀਤਾ ਹੋਵੇਗਾ, ਉਹ ਲੈ ਕੇ ਜਾਂਦੇ ਹਨ। ਉਹਨਾਂ ਨੂੰ ਲੈ ਕੇ ਜਾਣਾ ਪਵੇਗਾ ਇਸ ਭਰਤੀ ਦੇ ਦੌਰਾਨ। ਅਗਰ ਹੋਰ ਤੁਸੀਂ ਜਾਣਕਾਰੀ ਇਸ ਸੰਬੰਧ ਵਿੱਚ ਚਾਹੁੰਦੇ ਹੋ ਤਾਂ ਤੁਸੀਂ ਵੈਬਸਾਈਟ 'ਤੇ ਜਾ ਸਕਦੇ ਹੋ joinindianarmy.nic.in ਦੇ ਉੱਪਰ। ਉੱਥੋਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਹੋਰ ਵੀ ਮਿਲ ਜਾਵੇਗੀ। ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਆ ਮੈਂ ਤੁਹਾਨੂੰ ਸਾਰੀ ਦੱਸ ਚੁੱਕਿਆ ਹਾਂ। ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਲਾਈਕ ਕਰ ਦਿਓ ਤਾਂ ਜੋ ਲੋੜਵੰਦ ਵਿਦਿਆਰਥੀਆਂ ਤੱਕ, ਨੌਜਵਾਨਾਂ ਤੱਕ ਜੋ ਇਸ ਭਰਤੀ ਦੇ ਵਿੱਚ ਸ਼ਾਮਲ ਹੋ ਕੇ ਇੰਡੀਅਨ ਆਰਮੀ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਅਤੇ ਕੰਟਰੀ ਨੂੰ ਸਰਵ ਕਰਨਾ ਚਾਹੁੰਦੇ ਹਨ, ਤੁਹਾਡਾ ਇੱਕ ਸ਼ੇਅਰ ਅਤੇ ਲਾਈਕ ਉਹਨਾਂ ਬੱਚਿਆਂ ਤੱਕ ਪਹੁੰਚ ਜਾਵੇਗਾ। ਉਹਨਾਂ ਨੂੰ ਇਸ ਭਰਤੀ ਦੀ ਜਾਣਕਾਰੀ ਮਿਲ ਜਾਵੇਗੀ ਅਤੇ ਉਹ ਵੱਧ ਚੜ੍ਹ ਕੇ ਪਾਰਟਿਸਿਪੇਟ ਕਰ ਸਕਣਗੇ ਅਤੇ ਇਸ ਭਰਤੀ ਦੌਰਾਨ ਆਪਣਾ ਰੁਜ਼ਗਾਰ ਵੀ ਲੱਭ ਸਕਣਗੇ ਅਤੇ ਇੰਡੀਅਨ ਆਰਮੀ ਦੀ ਜਿਹੜੀ ਹੈਗੀ ਆ ਇੰਡੀਅਨ ਆਰਮੀ 'ਚ ਭਰਤੀ ਹੋਣ ਤੋਂ ਬਾਅਦ ਸਾਡੇ ਕੰਟਰੀ ਨੂੰ ਸਰਵ ਕਰ ਸਕਣਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ। ਥੈਂਕ ਯੂ ਵੈਰੀ ਮੱਚ।